11 ਦਸੰਬਰ 1991 ਨੂੰ ਮੁਲਤਾਨੀ ਨੂੰ ਉਹਦੇ ਘਰੋਂ ਚੁੱਕਿਆ ਗਿਆ। ਉਸ ਵੇਲੇ ਤੱਕ ਉਹ ਕਿਸੇ ਵੀ ਕੇਸ ਦੇ ਵਿੱਚ ਅਕਿਊਜ਼ਡ ਨਹੀਂ ਸੀ। ਸੁਮੇਧ ਸਿੰਘ ਸੈਣੀ ਨੇ ਉਹਨੂੰ ਟੌਰਚਰ ਵੀ ਕਰਵਾਇਆ, ਮਤਲਬ ਡੰਡੇ ਤੇ ਠੁੱਡਾਂ ਮਰਵਾਈਆਂ। ਉਹ ਕੋਲੈਪਸ ਕਰ ਗਿਆ, ਪੇਨ ਨਾਲ ਬਲੀਡ ਕਰਦਾ ਰਿਹਾ ਐਂਡ ਫਾਈਨਲੀ ਉਹਦੀ ਡੈਥ ਹੋ ਗਈ। ਇਹ ਇੱਕ ਕੇਸ ਹੈ ਜਿੱਥੇ ਪੁਲਿਸ ਨਾ ਸਿਰਫ ਕਾਤਿਲ ਬਣੀ, ਉਹਨੇ ਟੈਰਰਿਸਟ ਪੈਦਾ ਕੀਤਾ ਹੈ। ਇਹ ਉਹ ਕੇਸ ਨਹੀਂ ਹੈ ਜਿੱਥੇ ਕਿ ਇੱਕ ਇਨੋਸੈਂਟ ਬੰਦੇ ਨੂੰ ਮਾਰਿਆ ਗਿਆ ਹੈ ਸਿਰਫ। ਇਹ ਉਹ ਕੇਸ ਹੈ ਜਿੱਥੇ ਇੱਕ ਇਨੋਸੈਂਟ ਬੰਦੇ ਨੂੰ ਮਾਰ ਕੇ ਉਹਨੂੰ ਟੈਰਰਿਸਟ ਦੀ ਇੱਕ ਆਈਡੈਂਟੀਟੀ ਉਹਦੇ ਤੇ ਪਲਾਂਟ ਕੀਤੀ ਗਈ, ਉਹਨੂੰ ਇੱਕ ਟੈਰਰਿਸਟ ਕਰਾਰ ਦਿੱਤਾ ਗਿਆ ਹੈ, ਝੂਠੇ ਐਵੀਡੈਂਸ ਫੈਬਰੀਕੇਟ ਕਰਕੇ, ਝੂਠੇ ਕਾਗਜ਼ ਤਿਆਰ ਕਰਕੇ। ਔਰ ਪੁਲਿਸ ਨੇ ਆਪਣੀ ਵਰਦੀ ਦੀ ਦੁਰਵਰਤੋਂ ਉਸ ਹੱਦ ਤੱਕ ਕੀਤੀ ਹੈ। ਦੇਖੋ, ਵਰਦੀ ਵਾਲੇ ਲਈ ਕੋਈ ਧਰਮ ਨਹੀਂ ਹੁੰਦਾ। ਇਹਨਾਂ ਨੇ ਕੋਈ ਸਿੱਖ ਚੁਣ ਕੇ ਨਹੀਂ ਮਾਰੇ, ਹਿੰਦੂ ਸਿੱਖ ਕੋਈ ਫਰਕ ਨਹੀਂ ਕੀਤਾ। ਹੁਣ ਸੈਣੀ ਤੇ ਜਿਹੜੀ ਟ੍ਰਾਇਲ ਚੱਲ ਰਹੀ ਹੈ ਦਿੱਲੀ, ਉਹ ਹਿੰਦੂ ਫੈਮਿਲੀ ਮਾਰੀ ਹੈ ਇਹਨੇ। ਗੱਲ ਇਹ ਹੈ ਕਿ ਜਿਹੜੇ ਮਾਰੇ ਸੀ ਉਹ ਇਨੋਸੈਂਟ ਸੀ ਜਾਂ ਟੈਰਰਿਸਟ ਸੀ। ਸੁਮੇਧ ਸਿੰਘ ਸੈਣੀ ਇੱਕ ਡਰਪੋਕ ਇਨਸਾਨ ਹੈ, ਨਿਹਾਇਤ ਡਰਪੋਕ। ਲੋ ਅੱਜ ਭੱਜਿਆ ਫਿਰਦਾ ਹੈ ਨਾ। ਦਲੇਰ ਹੁੰਦਾ ਤੇ ਕਹਿੰਦਾ ਉਹ ਅਰੈਸਟ ਕਰੋ, ਮੈਂ ਨਹੀਂ ਲੁਕਾਂਗਾ। 90 ਦੇ ਦਹਾਕੇ 'ਚ ਸਿੱਖਾਂ ਉੱਪਰ ਤਸ਼ੱਦਦ ਦੀਆਂ ਅਨੇਕਾਂ ਕਹਾਣੀਆਂ ਉਗਰੀਆਂ। ਇਹਨਾਂ ਵਿੱਚੋਂ ਇੱਕ ਕਹਾਣੀ ਸੀ ਬਲਵੰਤ ਸਿੰਘ ਮੁਲਤਾਨੀ ਦੀ। ਹਰੇਕ ਕਹਾਣੀ ਦਾ ਇੱਕ ਹੀਰੋ ਹੁੰਦਾ ਤੇ ਇਸ ਕਹਾਣੀ ਦਾ ਹੀਰੋ 29 ਸਾਲ ਬਾਅਦ ਉੱਭਰ ਕੇ ਸਾਹਮਣੇ ਆਇਆ, ਐਡਵੋਕੇਟ ਪ੍ਰਦੀਪ ਵਿਰਕ। ਐਡਵੋਕੇਟ ਪ੍ਰਦੀਪ ਵਿਰਕ ਸਾਡੇ ਨਾਲ ਮੌਜੂਦ ਨੇ। ਅੱਜ ਹਾਈ ਕੋਰਟ ਵੱਲੋਂ ਆਦੇਸ਼ ਆਇਆ, ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਪ੍ਰਦੀਪ ਵਿਰਕ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਇਸ ਆਰਡਰ ਨੂੰ ਕਿਸ ਤਰ੍ਹਾਂ ਦੇਖਦੇ ਆ। ਆਰਡਰ ਤਾਂ ਜੀ ਸਾਡੇ ਲਈ ਇੱਕ ਬਹੁਤ ਵੱਡਾ ਰਿਲੀਫ ਹੈ। ਔਰ ਮੈਂ ਸ਼ੁਰੂ ਤੋਂ ਇਸ ਕੇਸ ਦੇ ਵਿੱਚ ਕਹਿ ਰਿਹਾ ਕਿ ਰੱਬ ਦੀ ਮਿਹਰ ਰਹੀ, ਤੁਹਾਡੇ ਦਰਸ਼ਕਾਂ ਦੀ ਅਰਦਾਸਾਂ ਨੂੰ ਮੈਂ ਬਹੁਤ ਕ੍ਰੈਡਿਟ ਦਿੰਦਾ ਇਸ ਕੇਸ ਦੇ ਵਿੱਚ। ਔਰ ਉਸ ਟੱਬਰ ਦੀ ਹਿੰਮਤ ਦੀ ਦਾਤ ਦੇਣ ਵਾਲੀ ਹੈ। ਐਜ਼ ਅ ਲਾਇਰ ਤਾਂ ਚਲੋ ਹਰ ਕੇਸ ਮਿਹਨਤ ਕਰਨੀ ਹੁੰਦੀ ਹੈ, ਮੈਂ ਕਰਦਾ ਵੀ ਹਾਂ। ਲੇਕਿਨ ਜਿਹੜੇ ਉਹ ਟੱਬਰ ਨੇ 29 ਸਾਲ ਇਨਸਾਫ ਦੀ ਵੇਟ ਕੀਤੀ, ਅੱਜ ਉਹਨਾਂ ਨੂੰ ਕਿਤੇ ਨਾ ਕਿਤੇ ਇਨਸਾਫ ਮਿਲਦਾ ਨਜ਼ਰ ਆ ਰਿਹਾ ਕਿ ਸੁਮੇਧ ਸਿੰਘ ਸੈਣੀ ਦੀ ਜਿਹੜੀ ਅਗਰਿਮ ਜ਼ਮਾਨਤ ਦੀ ਅਰਜ਼ੀ ਖਾਰਿਜ ਹੋਈ ਹੈ, ਜਿਹਦੇ ਨਾਲ ਐਟਲੀਸਟ ਉਹਦੀ ਕਸਟੋਡੀਅਲ ਇੰਟੈਰੋਗੇਸ਼ਨ ਹੋਣੀ ਜ਼ਰੂਰੀ ਹੈ। ਕੋਰਟ ਨੇ ਓਬਵੀਅਸਲੀ ਆਹ ਗੱਲ ਮੰਨੀ ਹੋਣੀ ਹੈ। ਗਰਾਊਂਡ ਹੀ ਆ ਸੀ ਸਾਡੀ ਕਿ ਕਸਟੋਡੀਅਲ ਇੰਟੈਰੋਗੇਸ਼ਨ ਆਰਡਰ ਆਊਗਾ ਇੱਕ ਵਾਰੀ ਤਾਂ ਡਿਟੇਲਸ ਪਤਾ ਲੱਗਣਗੀਆਂ। ਬਟ ਕਸਟਡੀ 'ਚ ਬੰਦੇ ਨੂੰ ਮਤਲਬ ਅਰੈਸਟ ਕਰਨ ਦੀ ਗਰਾਊਂਡ ਹੀ ਆ ਹੁੰਦੀ ਹੈ ਕਿ ਉਹਦੀ ਕਸਟੋਡੀਅਲ ਇੰਟੈਰੋਗੇਸ਼ਨ ਜ਼ਰੂਰੀ ਹੈ, ਉਹਦੇ ਤੋਂ ਕੁਝ ਰਿਕਵਰੀਜ਼ ਕਰਨੀਆਂ। ਸਟੇਟ ਵੱਲੋਂ ਆਹ ਚੀਜ਼ ਦਾ ਮੇਨ ਕੇਸ ਸੀ। ਦੂਜੀ ਗੱਲ, ਇਸ ਕੇਸ 'ਤੇ ਜਿਹੜਾ ਸੈਣੀ ਨੂੰ ਬੇਨਕਾਬ ਕੀਤਾ, ਮੈਂ ਪਹਿਲੇ ਦਿਨ ਤੋਂ ਇਸ ਕੇਸ 'ਚ ਆਹ ਗੱਲ ਕਹਿ ਰਿਹਾ ਸੀ ਕਿ ਉਹ ਕੇਸ ਨਹੀਂ ਹੈ ਜਿੱਥੇ ਕਿ ਇੱਕ ਇਨੋਸੈਂਟ ਬੰਦੇ ਨੂੰ ਮਾਰਿਆ ਗਿਆ ਹੈ ਸਿਰਫ। ਇਹ ਉਹ ਕੇਸ ਹੈ ਜਿੱਥੇ ਇੱਕ ਇਨੋਸੈਂਟ ਬੰਦੇ ਨੂੰ ਮਾਰ ਕੇ ਉਹਨੂੰ ਟੈਰਰਿਸਟ ਦੀ ਇੱਕ ਆਈਡੈਂਟੀਟੀ ਉਹਦੇ ਤੇ ਪਲਾਂਟ ਕੀਤੀ ਗਈ, ਉਹਨੂੰ ਇੱਕ ਟੈਰਰਿਸਟ ਕਰਾਰ ਦਿੱਤਾ ਗਿਆ ਹੈ, ਝੂਠੇ ਐਵੀਡੈਂਸ ਫੈਬਰੀਕੇਟ ਕਰਕੇ, ਝੂਠੇ ਕਾਗਜ਼ ਤਿਆਰ ਕਰਕੇ। ਔਰ ਪੁਲਿਸ ਨੇ ਆਪਣੀ ਵਰਦੀ ਦੀ ਦੁਰਵਰਤੋਂ ਉਸ ਹੱਦ ਤੱਕ ਕੀਤੀ ਹੈ। ਸੋ ਇਹ ਇੱਕ ਕੇਸ ਹੈ ਜਿੱਥੇ ਪੁਲਿਸ ਨਾ ਸਿਰਫ ਕਾਤਿਲ ਬਣੀ, ਉਹਨੇ ਟੈਰਰਿਸਟ ਪੈਦਾ ਕੀਤਾ ਹੈ, ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਗਲਤ ਕੰਮ ਦੀ ਔਰ ਪਾਪ ਦੀ ਔਰ ਤਸ਼ੱਦਦ ਦੀ। ਸੋ ਇਸ ਕਰਕੇ ਇਸ ਚੀਜ਼ ਨੂੰ ਚੈੱਕ ਕਰਨਾ ਔਰ ਇਹੋ ਜਿਹੇ ਪੁਲਿਸ ਵਾਲਿਆਂ ਨੂੰ ਐਗਜ਼ੈਂਪਲਰੀ ਸਜ਼ਾ ਦਿਵਾਉਣਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਲੋਕ ਤੁਹਾਨੂੰ ਇੱਕ ਹੀਰੋ ਦੇ ਤੌਰ ਤੇ ਦੇਖ ਰਹੇ ਆ, ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਕੋਈ ਹੀਰੋ ਨਹੀਂ ਹਾਂ ਜੀ। ਮੈਂ ਬੜੀ ਸਾਫ਼ ਗੱਲ ਕਹਾਂ, ਸੁਮੇਧ ਸੈਣੀ ਇੱਕ ਨਿਹਾਇਤ ਡਰਪੋਕ ਇਨਸਾਨ ਹੈ। ਲੋਕਾਂ ਨੇ ਕਦੇ ਉਹਦੇ ਖਿਲਾਫ ਆਵਾਜ਼ ਨਹੀਂ ਚੁੱਕੀ ਤਾਂ ਉਹਨਾਂ ਨੂੰ ਲੱਗ ਰਿਹਾ ਮੈਂ ਬਹੁਤ ਵੱਡੇ ਕੰਮ ਕਰ ਰਿਹਾ। ਮੈਂ ਕੁਛ ਨਹੀਂ ਕਰ ਰਿਹਾ। ਮੈਂ ਵਾਰੀ ਕਹਿ ਰਿਹਾ ਸੁਮੇਧ, ਮੈਂ ਪਹਿਲੇ ਦਿਨ ਦੇ, ਤੁਸੀਂ ਅੱਜ ਤੋਂ ਜਦੋਂ ਇਹ ਕੇਸ ਸ਼ੁਰੂ ਹੋਇਆ ਹੈ ਮਈ 2020 ਦੇ ਵਿੱਚ, ਤੁਸੀਂ ਉਦੋਂ ਦੀਆਂ ਮੇਰੀਆਂ ਇੰਟਰਵਿਊਜ਼ ਦੇਖ ਲਓ। ਮੈਂ ਉਦੋਂ ਵੀ ਕਿਹਾ ਹੈ ਕਿ ਸੁਮੇਧ ਸਿੰਘ ਸੈਣੀ ਇੱਕ ਡਰਪੋਕ ਇਨਸਾਨ ਹੈ, ਨਿਹਾਇਤ ਡਰਪੋਕ। ਲੋ ਅੱਜ ਭੱਜਿਆ ਫਿਰਦਾ ਹੈ ਨਾ। ਦਲੇਰ ਹੁੰਦਾ ਤੇ ਕਹਿੰਦਾ ਉਹ ਅਰੈਸਟ ਕਰੋ, ਮੈਂ ਨਹੀਂ ਲੁਕਾਂਗਾ। ਉਹ ਹਰ ਕਦਮ 'ਤੇ ਇੱਕ ਡਰਪੋਕ ਇਨਸਾਨ ਰਿਹਾ ਹੈ। ਉਹਨੇ ਡਰਾਇਆ ਔਰ ਲੋਕ ਡਰ ਕੇ ਪਿੱਛੇ ਹਟ ਗਏ। ਜਿਸ ਦਿਨ ਪਬਲਿਕ ਇਕੱਠੀ ਹੋਈ ਸੀ ਬਰਗਾੜੀ ਔਰ ਬਹਿਬਲ ਕਲਾਂ 'ਚ, ਉਸ ਵੇਲੇ ਦੀ ਸਰਕਾਰ ਨੂੰ ਆਪਣਾ ਡੀਜੀਪੀ ਸੁਮੇਧ ਸੈਣੀ ਬਦਲਣਾ ਪਿਆ ਸੀ। ਉਸ ਹੱਦ ਤੱਕ ਬਦਲਣਾ ਪਿਆ ਕਿ ਉਹਨੂੰ ਖੁੱਡੇ ਲਾਈਨ ਲਾਤਾ। ਜਿੱਦਣ ਉਹ ਕੌਮ ਨੇ ਆਪਣੀ ਆਵਾਜ਼ ਚੁੱਕਣੀ ਬੰਦ ਕਰਤੀ, ਸੁਮੇਧ ਸਿੰਘ ਸੈਣੀ ਦੇ ਵਰਗੇ ਦੀ ਤਸ਼ੱਦਦ ਚੱਲ ਗਈ। ਅੱਜ ਜੇ ਉਹਨੇ, ਲੋਕੀ ਕਹਿ ਰਹੇ ਹਜ਼ਾਰਾਂ ਇਨੋਸੈਂਟ ਨੌਜਵਾਨ ਮਾਰਤੇ, ਮੰਨ ਲਿਆ ਹਜ਼ਾਰਾਂ ਮਾਰਤੇ, ਉਹਨਾਂ ਦੀ ਫੈਮਿਲੀਜ਼ ਨੇ ਆਵਾਜ਼ ਨਹੀਂ ਚੁੱਕੀ, ਮੁਲਤਾਨੀ ਫੈਮਿਲੀ ਨੇ ਚੁੱਕੀ। ਲੋ ਅੱਜ ਉਹਨਾਂ ਨੂੰ ਇਨਸਾਫ ਮਿਲਣ ਲੱਗ ਗਿਆ। ਸੋ ਤਾਂ ਹੀ ਮੈਂ ਕਹਿੰਦਾ ਕਿ ਸੁਮੇਧ ਸਿੰਘ ਸੈਣੀ ਦੀ ਕੀਤੀ ਤਸ਼ੱਦਦ ਤੇ ਡਰ ਕੇ ਪਿੱਛੇ ਨਾ ਹਟੋ, ਅੱਗੇ ਆਓ, ਇਹਨੂੰ ਇਹਦੇ ਪਾਪਾ ਦੀ ਵੀ ਸਜ਼ਾ ਦਵਾਈਏ। ਮੈਂ ਕੋਈ ਹੀਰੋ ਨਹੀਂ ਹਾਂ, ਮੈਂ ਇੱਕ ਰੱਬ ਦਾ ਦਾਸ ਹਾਂ। ਤੁਹਾਡੀਆਂ ਅਰਦਾਸਾਂ ਮੇਰੀ ਕਾਮਯਾਬੀ ਦਾ ਕਾਰਨ ਨੇ। ਇਹ ਅਰਦਾਸਾਂ ਬਰਕਰਾਰ ਰੱਖਿਓ। ਮੇਰਾ ਵਾਅਦਾ, ਸੁਮੇਧ ਸਿੰਘ ਸੈਣੀ ਕਿਤੇ ਨਹੀਂ ਬਚ ਕੇ ਜਾ ਸਕਦਾ। ਉਹਨੂੰ ਉਹਦੇ ਪਾਪਾਂ ਦੀ ਸਜ਼ਾ ਦਵਾ ਕੇ ਹਟਾਂਗੇ। ਔਰ ਤੁਸੀਂ ਮੇਰੇ ਨਾਲ ਹੋ, ਮੇਰੀ ਟੀਮ ਦਾ ਹਿੱਸਾ ਹੋ। ਅਸੀਂ ਇਕੱਠੇ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਹੋਵਾਂਗੇ ਜਿਵੇਂ ਅੱਜ ਦੇ ਰਹੇ ਹਾਂ। ਤੁਸੀਂ IPS ਦੀ ਨੌਕਰੀ ਛੱਡੀ ਕਿ ਇਸੇ ਵਜ੍ਹਾ ਕਰ ਸੁਮੇਧ ਸੈਣੀ ਨੂੰ ਪਾਪਾ ਦੀ ਸਜ਼ਾ ਦਿਵਾਉਣ ਵਾਸਤੇ IPS ਦੀ ਨੌਕਰੀ ਛੱਡੀ ਸੀ? ਦੇਖੋ, ਕੱਲਾ ਸੁਮੇਧ ਸਿੰਘ ਸੈਣੀ ਨਹੀਂ ਹੈ। ਵਾਟ ਹੈਪਨਸ ਇਜ਼ ਕਿ ਇੱਕ ਸੀਨੀਅਰ ਅਫਸਰ ਜਦੋਂ ਉਹੋ ਜਿਹੇ ਰਾਹ ਚੱਲ ਪਿਆ, ਸੋ ਜਦੋਂ
ਪੁਲਿਸ ਨੇ ਦੇਖਣਾ ਹੈ ਕਿ ਜੀ ਸਾਡਾ ਸੀਨੀਅਰ ਗਲਤ ਰਾਹ ਤੇ ਚੱਲ ਕੇ ਇਸ ਹੱਦ ਤੱਕ ਪਹੁੰਚ ਗਿਆ, ਇੰਨੀ ਤਰੱਕੀਆਂ ਪਾ ਗਿਆ ਕਿ ਕ੍ਰਾਈਮ ਕਮਿਟ ਕਰਦਿਆਂ ਹੋਇਆਂ ਐਸਐਸਪੀ ਤੋਂ ਡੀਜੀਪੀ ਰੈਂਕ ਤੱਕ ਪਹੁੰਚ ਗਿਆ। ਸੋ ਨੈਚੁਰਲੀ ਉਹਨੇ ਵੀ ਕੁਝ ਉਹੋ ਜਿਹੇ ਆਫਿਸਰਸ ਨੂੰ ਗਲਤ ਰਾਹ ਤੇ ਇਨਸਪਾਇਰ ਕੀਤਾ, ਉਹੋ ਜਿਹੀ ਟੀਮ ਕ੍ਰੀਏਟ ਕੀਤੀ ਕ੍ਰਿਮੀਨਲਸ ਇਨ ਯੂਨੀਫਾਰਮ ਦੀ, ਜਿਨ੍ਹਾਂ ਕਰਕੇ ਵਰਦੀ ਦੀ ਇੱਜ਼ਤ ਖਤਮ ਹੋ ਗਈ। ਉਹ ਵਰਦੀ ਦੀ ਇੱਜ਼ਤ ਰਿਸਟੋਰ ਕਰਨਾ ਅੱਜ ਬਹੁਤ ਜ਼ਰੂਰੀ ਹੈ। ਸੋ ਇਹੋ ਜਿਹਿਆਂ ਦੇ ਖਿਲਾਫ ਮੁਹਿੰਮ ਸੀ, ਅੱਜ ਉਹਦਾ ਅਸਰ ਨਜ਼ਰ ਆਉਣ ਲੱਗ ਗਿਆ ਹੈ। ਰਾਦਰ ਮੈਂ ਕਹਾਂਗਾ ਅਸਰ ਤਾਂ ਕਾਫੀ ਸਾਲਾਂ ਤੋਂ ਨਜ਼ਰ ਆ ਰਿਹਾ ਸੀ। ਸੁਮੇਧ ਸਿੰਘ ਸੈਣੀ ਨੂੰ ਹੱਥ ਪਾ ਕੇ ਜਿਹੜਾ ਇਹਨਾਂ ਦਾ ਬੌਸ ਸੀ ਸਮਝੋ ਉਹਨੂੰ ਹੱਥ ਪਾਇਆ ਹੈ, ਸੋ ਤਾਂ ਪਬਲਿਕ ਦੇ ਵਿੱਚ ਚੀਜ਼ ਜ਼ਿਆਦਾ ਉੱਠੀ ਹੈ। ਨਹੀਂ ਤਾਂ ਇਸ ਤੋਂ ਪਹਿਲਾਂ ਹੋਰ ਪੁਲਿਸ ਵਾਲਿਆਂ ਦੇ ਵੀ ਚਿੱਠੇ ਖੋਲ੍ਹੇ ਹੋਏ ਆ। ਮਾਮਲਾ ਜ਼ਰੂਰ ਦਰਜ ਹੋਇਆ, 302 ਦੀ ਧਾਰਾ ਵੀ ਲੱਗੀ ਹੈ, ਪਰ ਅਰੈਸਟ ਕਿਉਂ ਨਹੀਂ ਹੋ ਰਹੀ ਸੁਮੇਧ ਸਿੰਘ ਸੈਣੀ ਦੀ? ਕੀ ਲੱਗਦਾ ਤੁਹਾਨੂੰ? ਦੇਖੋ ਉਹਦਾ ਜਵਾਬ ਤਾਂ ਪੰਜਾਬ ਪੁਲਿਸ ਦੇ ਸਕਦੀ ਹੈ। ਪੰਜਾਬ ਪੁਲਿਸ ਕੋਲ ਸਾਰਾ ਪੈਰਾਫਰਨੇਲੀਆ ਹੈ। ਡੀਜੀ ਸਾਹਿਬ ਦਾ, ਦਿਨਕਰ ਗੁਪਤਾ ਜੀ ਦਾ ਆਈਬੀ 'ਚ ਐਕਸਪੀਰੀਅੰਸ ਵੀ ਬਹੁਤ ਹੈ, ਔਰ ਮੇਰਾ ਨਹੀਂ ਖਿਆਲ ਸੁਮੇਧ ਸੈਣੀ ਨੂੰ ਲੱਭਣਾ ਕੋਈ ਔਖਾ ਕੰਮ ਹੈ। ਪਰ ਉਹਦਾ ਜਵਾਬ ਉਹ ਕਿਉਂ ਨਹੀਂ ਲੱਭ ਪਾ ਰਹੇ, ਉਹ ਉਹੀ ਦੇ ਸਕਦੇ। ਮੈਨੂੰ ਨਹੀਂ ਇਸ ਚੀਜ਼ ਦਾ ਕੋਈ ਆਈਡੀਆ। ਉਹ ਐਸਆਈਟੀ ਜਵਾਬ ਦੇ ਸਕਦੀ ਹੈ ਜਾਂ ਪੰਜਾਬ ਪੁਲਿਸ ਦੇ ਸੀਨੀਅਰ ਆਫਿਸਰਸ ਦੇ ਸਕਦੇ ਆ, ਕਿਉਂਕਿ ਹੁਣ ਇਹ ਉਹਨਾਂ ਦੀ ਕ੍ਰੈਡੀਬਿਲਿਟੀ 'ਤੇ ਸਵਾਲ ਨੇ। ਮੇਰੇ ਹਿੱਸੇ ਦਾ ਕੰਮ ਮੈਂ ਕਰ ਵੀ ਦਿੱਤਾ ਔਰ ਅੱਗੇ ਵੀ ਕਰਾਂਗਾ। ਕੋਈ ਸਾਠਗਾਠ ਲੱਗ ਰਹੀ ਅੰਦਰੋਂ, ਕੋਈ ਖਿਚੜੀ ਪੱਕ ਰਹੀ ਹੋਵੇ, ਇੱਦਾਂ ਦਾ ਕੁਝ ਲੱਗ ਰਿਹਾ ਐਜ਼ ਅ ਲੋਅਰ? ਨਹੀਂ, ਜੇ ਸਾਠਗਾਠ ਹੁੰਦੀ ਤਾਂ ਪਰਚਾ ਹੀ ਨਹੀਂ ਦਰਜ ਹੁੰਦਾ। ਸਾਠਗਾਠ ਕਿਤੇ ਨਹੀਂ ਹੈ, ਪਰ ਇਸ ਕੇਸ ਨੂੰ ਕਿਤੇ ਨਾ ਕਿਤੇ ਮੈਂ ਫੀਲ ਕਰ ਰਿਹਾ ਡਿਸਇੰਟਰਸਟ ਲਿਆ ਜਾ ਰਿਹਾ ਹੈ। ਇੱਕ ਸਰਕਾਰ ਦਾ ਡਿਸਇੰਟਰਸਟ ਨਹੀਂ ਹੋਣਾ ਚਾਹੀਦਾ। ਤੁਸੀਂ ਕਿਸੇ ਕੇਸ ਦੇ ਵਿੱਚ ਵੈਂਡੇਟਾ ਨਾ ਰੱਖੋ, ਪਰ ਬਿਲਕੁਲ ਵੈਂਡੇਟਾ ਨਾ ਰੱਖੋ ਮੈਂ ਕਹਿੰਦਾ, ਲੇਕਿਨ ਡਿਸਇੰਟਰਸਟ ਵੀ ਨਹੀਂ ਰੱਖਣਾ ਚਾਹੀਦਾ। ਇੱਥੇ ਡਿਸਇੰਟਰਸਟ ਰੱਖਿਆ ਜਾ ਰਿਹਾ, ਨਾਰਮਲ ਕੇਸ ਨਹੀਂ ਹੈ। ਪੁਲਿਸ ਨੇ ਸਪੈਸੀਫਿਕ ਟੀਮ, ਸਪੈਸ਼ਲਾਈਜ਼ਡ ਏਜੰਸੀਜ਼ ਆਪਣੀਆਂ ਕ੍ਰੀਏਟ ਕੀਤੀਆਂ ਹੁੰਦੀਆਂ, ਉਹ ਇਸੇ ਚੀਜ਼ ਲਈ ਕੀਤੀਆਂ ਹੁੰਦੀਆਂ, ਸਪੈਸ਼ਲ ਕੇਸਿਸ ਲਈ। ਇਹ ਇੱਕ ਸਪੈਸ਼ਲ ਕੇਸ ਹੈ, ਡੀਜੀਪੀ ਰੈਂਕ ਦਾ ਆਫਿਸਰ ਇਨਵੋਲਵਡ ਹੈ ਔਰ ਇਨੋਸੈਂਟ ਬੰਦੇ ਨੂੰ ਟੈਰਰਿਸਟ ਕਰਾਰ ਦੇਣ ਦਾ ਐਲੀਗੇਸ਼ਨ ਹੈ। ਸੋ ਇਸ ਕਰਕੇ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ। ਨਹੀਂ ਲਿਆ ਜਾ ਰਿਹਾ। ਕਿਉਂ ਨਹੀਂ ਲੈ ਰਹੇ, ਪੰਜਾਬ ਪੁਲਿਸ ਵਾਲੇ ਦੱਸ ਸਕਦੇ ਆ। ਕਹਿੰਦੇ ਦਿੱਲੀ ਦੇ ਕਿਸੇ ਰਸੂਖਦਾਰ ਘਰਾਣੇ ਦੇ ਵਿੱਚ ਲੁਕਿਆ ਹੋਇਆ ਸੁਮੇਧ ਸਿੰਘ ਸੈਣੀ, ਸੂਤਰਾਂ ਦੇ ਹਵਾਲੇ ਤੋਂ ਵਾਰ-ਵਾਰ ਜਿਹੜੀ ਖਬਰਾਂ ਸਾਹਮਣੇ ਆ ਰਹੀਆਂ, ਕਿ ਇੰਨੀ ਕੁ ਰਸੂਖਦਾਰ ਆ ਕਿ ਪੰਜਾਬ ਪੁਲਿਸ ਉੱਥੇ ਛਾਪਾ ਹੀ ਨਹੀਂ ਮਾਰ ਸਕਦੀ? ਦੇਖੋ ਮੈਂ ਹੋਰ ਚੀਜ਼ ਕਹਾਂਗਾ, ਜੇ ਤੁਹਾਡੇ ਕੋਲ ਉਹ ਇਨਫੋਰਮੇਸ਼ਨ ਹੈ ਪ੍ਰੈਸ ਚਲਾਓ, ਉਹ ਰਸੂਖਦਾਰ ਦੇ ਘਰ ਦੇ ਬਾਹਰ ਤਾਂ ਇੱਕ ਵਾਰੀ ਪਹੁੰਚੋ। ਦੇਖੋ ਜਿੱਥੇ ਵੀ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਫੇਲ ਹੁੰਦੀ ਹੈ, ਉੱਥੇ ਮੀਡੀਆ ਆਪਣਾ ਕੰਮ ਕਰਦੀ ਹੈ। ਮੈਂ ਕਹਾਂਗਾ ਉਸ ਰਸੂਖਦਾਰ ਦੇ ਘਰ ਜਾ ਕੇ ਘੇਰਾ ਪਾਵੇ ਜੇ ਮੀਡੀਆ ਜਾਂ ਮੀਡੀਆ ਵਾਲਾ ਇੱਕ ਵੀ ਇਨਸਾਨ ਕੈਮਰਾ ਲੈ ਕੇ ਘਰ ਦੇ ਬਾਹਰ ਖੜਾ ਹੋ ਗਿਆ, ਦੇਖੋ ਸੈਣੀ ਭੱਜਦਾ ਉੱਥੋਂ ਵੀ। ਜਿਹੜਾ ਪੰਜਾਬ 'ਚੋਂ ਭੱਜ ਕੇ ਦਿੱਲੀ ਗਿਆ ਹੈ, ਉਹ ਦਿੱਲੀ ਕਿਹੜਾ ਲੁੱਕ ਕੇ ਰਹਿ ਸਕੂਗਾ? ਸੁਮੇਧ ਸਿੰਘ ਸੈਣੀ ਦੇ ਨਾਲ ਨਾਲ ਹੋਰ ਵੀ ਜਿਹੜੇ ਪੁਲਿਸ ਅਫਸਰ ਹੈ, ਚਾਹੇ ਬਾਈਬਲ ਕਲਾ ਗੋਲੀकांड ਲਗਾ ਲਓ, ਜਾਂ ਹੋਰ ਵੀ ਬਹੁਤ ਸਾਰੇ ਕੇਸ ਹੈ। ਉਮਰਾ ਨੰਗਲ ਹੋ ਗਿਆ, ਚਰਨਜੀਤ ਸ਼ਰਮਾ ਹੋ ਗਿਆ, ਬਹੁਤ ਸਾਰੇ ਅਜਿਹੇ ਅਫਸਰ ਹੈ ਜਿਨ੍ਹਾਂ ਨੇ ਸਿੱਖਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ। ਕੀ ਤੁਸੀਂ ਸਭ ਦੇ ਕੇਸ ਆਪਣੇ ਕੋਲ ਲੈ ਰਹੇ ਹੋ? ਦੇਖੋ ਮੈਂ ਕਿਸੇ ਨੂੰ ਬੁਲਾ ਕੇ ਆਪਣੇ ਕੋਲ ਨਹੀਂ ਲੈਂਦਾ ਕੇਸ, ਉਹ ਤਾਂ ਕਲਾਇੰਟ ਦੀ ਮਰਜ਼ੀ ਹੈ, ਜਿਹੜਾ ਆ ਗਿਆ ਜਿਹੜਾ ਨਹੀਂ ਆਇਆ। ਜਿੱਥੇ ਕੋਈ ਪੁਲਿਸ ਦਾ ਸਤਾਇਆ ਆਇਆ ਹੈ, ਮੈਂ ਉਹਨੂੰ ਪੁਲਿਸ ਦੇ ਖਿਲਾਫ ਇਨਸਾਫ ਦਿਵਾਇਆ ਹੈ, ਔਰ ਪੁਲਿਸ ਵਾਲੇ ਨੂੰ ਕਿਤੇ ਨਾ ਕਿਤੇ ਕਾਰਨਰ ਕੀਤਾ ਉਸ ਚੀਜ਼ ਉਹਦੇ। ਹੁਣ ਉਹਨੂੰ ਇੰਨੀ ਪ੍ਰੋਟੈਕਸ਼ਨ ਜੇ ਹੋਵੇ ਪੁਲਿਸ ਵਾਲੇ ਨੂੰ ਕਿ ਸੀਨੀਅਰਸ ਕੋਰਟ ਦੇ ਵਿੱਚ ਇੱਕ ਵਾਰੀ ਮੈਟਰ ਰਫਾ ਦਫਾ ਕਰਾਉਣ ਲਈ ਉਹਨੂੰ ਸਸਪੈਂਡ ਕਰ ਦੇਣ, ਬਾਅਦ 'ਚ ਰੀਇਨਸਟੇਟ ਕਰ ਦੇਣ, ਜਾਂ ਉਹ ਪਾਰਟੀ ਨਾਲ ਫੈਸਲਾ ਕਰ ਜੇ ਜਿਹਦੇ ਕਰਕੇ ਪਾਰਟੀ ਕਹੇ ਜੀ ਬਸ ਮੈਂ ਹੋਰ ਨਹੀਂ ਲੜਨਾ, ਮੈਂ ਇੱਕ ਵਾਰੀ ਉਹ ਫਸ ਗਿਆ ਬਹੁਤ ਹੈ। ਉਹ ਤਾਂ ਇੰਡੀਵਿਜੂਅਲ ਚੋਇਸ ਹੈ। ਰਹੀ ਗੱਲ ਸਿੱਖਾਂ 'ਤੇ ਤਸ਼ੱਦਦ, ਦੇਖੋ ਵਰਦੀ ਵਾਲੇ ਲਈ ਕੋਈ ਧਰਮ ਨਹੀਂ ਹੁੰਦਾ। ਇਹਨਾਂ ਨੇ ਕੋਈ ਸਿੱਖ ਚੁਣ ਕੇ ਨਹੀਂ ਮਾਰੇ, ਹਿੰਦੂ ਸਿੱਖ ਕੋਈ ਫਰਕ ਨਹੀਂ ਕੀਤਾ। ਹੁਣ ਸੈਣੀ 'ਤੇ ਜਿਹੜੀ ਟਰਾਇਲ ਚੱਲ ਰਹੀ ਹੈ ਦਿੱਲੀ, ਉਹ ਹਿੰਦੂ ਫੈਮਿਲੀ ਮਾਰੀ ਹੈ ਇਹਨੇ। ਗੱਲ ਇਹ ਹੈ ਕਿ ਜਿਹੜੇ ਮਾਰੇ ਸੀ ਉਹ ਇਨੋਸੈਂਟ ਸੀ ਜਾਂ ਟੈਰਰਿਸਟ ਸੀ? ਇਨੋਸੈਂਟ ਬੰਦੇ ਮਾਰੇ ਆ। ਸੁਮੇਧ ਸੈਣੀ ਨੇ ਹਿੰਦੂ ਫੈਮਿਲੀ ਪਰਸਨਲ ਦੁਸ਼ਮਣੀ ਕਰਕੇ ਐਲੀਮੀਨੇਟ ਕਰਤੀ, ਉਹਦੇ ਲਈ ਇਹ ਟਰਾਇਲ ਭੁਗਤ ਰਿਹਾ ਦਿੱਲੀ। ਹੁਣ ਇਹੋ ਜਿਹਾ ਬੰਦਾ, ਔਰ ਦੇਖੋ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਸੁਮੇਧ ਸਿੰਘ ਸੈਣੀ ਨੇ ਕਿੰਨਾ ਜਿਹੜੇ ਲਾਅ ਨੂੰ ਤੋੜਨ ਵਾਲੇ ਲੋਕਾਂ ਨੂੰ ਇਨਸਪਾਇਰ ਕੀਤਾ ਹੈ। ਜਿਸ ਦਿਨ ਇਹ ਡੀਜੀਪੀ ਬਣਿਆ ਹੋਊਗਾ, ਸਾਰਿਆਂ 'ਚ ਹਿੰਮਤ ਆਈ ਹੋਊਗੀ ਕਿ ਸਾਡਾ ਭਰਾ ਇੱਕ ਕ੍ਰਿਮੀਨਲ ਅੱਜ ਡੀਜੀਪੀ ਬਣ ਗਿਆ। ਸੁਮੇਧ ਸੈਣੀ ਕਿਸੇ 'ਤੇ ਕੀ ਉਂਗਲ ਚੁੱਕੂਗਾ ਕਿ ਤੂੰ ਅਕਿਊਜ਼ਡ ਹੈ, ਜਦੋਂ ਆਪ ਹੀ ਅਕਿਊਜ਼ਡ ਹੈ ਸੀਬੀਆਈ ਵੱਲੋਂ। ਸੋ ਉਹਨੇ ਕਿੰਨੇ ਕ੍ਰਿਮੀਨਲਸ ਦੇ ਵਿੱਚ ਕੌਨਫੀਡੈਂਸ ਦਿੱਤਾ ਹੋਣਾ ਕਿ ਜੀ ਡੀਜੀਪੀ ਵੀ ਸਾਡੇ ਵਰਗਾ ਹੀ ਹੈ। ਤੁਸੀਂ ਮੈਨੂੰ ਦੱਸੋ ਜੇ ਮੈਂ ਕੁਝ ਗਲਤ ਕਹਿ ਰਿਹਾ। ਇੱਕ ਜਾਣਾ ਕਿਤੇ ਚੋਰੀ ਕਰਦਾ ਹੈ, ਡਾਕਾ ਮਾਰਦਾ ਹੈ, ਉਹਦੇ ਖਿਲਾਫ ਐਲੀਗੇਸ਼ਨ ਲਾਉਣ ਵਾਲੇ ਪੁਲਿਸ ਵਾਲੇ ਕਹਿੰਦੇ ਜੀ ਇਹ ਤਾਂ ਇਹੋ ਜਿਹਾ। ਉਹ ਕਹੋਗੇ ਜੀ ਜਿਹਨੂੰ ਤੁਸੀਂ ਸਲੂਟ ਮਾਰ ਰਹੇ ਹੋ, ਤੁਹਾਡਾ ਬੌਸ ਹੈ ਜਿਹੜਾ, ਉਹ ਤਾਂ 364 ਦੀ ਟਰਾਇਲ ਭੁਗਤ ਰਿਹਾ, ਬੰਦੇ ਚੁੱਕ ਕੇ ਐਲੀਮੀਨੇਟ ਕਰਨ ਲਈ, ਪਰਸਨਲ ਦੁਸ਼ਮਣੀ ਲਈ। ਮੈਂ ਤਾਂ ਫਿਰ ਵੀ ਚੋਰੀ ਕੀਤੀ ਹੈ, ਡਾਕਾ ਹੀ ਮਾਰਿਆ, ਕਤਲ ਨਹੀਂ ਕੀਤਾ। ਸੋਚੋ ਕਿੰਨਾ ਇਨਸਪਾਇਰ ਕਰਦਾ ਹੋਣਾ ਉਹੋ ਜਿਹੇ ਕ੍ਰਿਮੀਨਲਸ ਨੂੰ। ਕਹਿੰਦੇ ਲੋਕਾਂ ਨੂੰ ਜਦੋਂ ਕੋਈ ਮੁਸ਼ਕਿਲ ਆਉਂਦੀ ਤਾਂ ਪੁਲਿਸ ਕੋਲ ਜਾਣਾ ਪੈਂਦਾ, ਪਰ ਪੰਜਾਬ ਦੇ ਲੋਕ ਡਰਦੇ ਆ ਪੁਲਿਸ ਕੋਲ ਜਾਣ ਤੋਂ। ਤਾਂ ਹੀ ਸੁਮੇਧ ਸਿੰਘ ਸੈਣੀ ਵਰਗਿਆਂ ਨੇ ਉਹ ਮਾਹੌਲ ਕ੍ਰੀਏਟ ਕੀਤਾ ਹੈ, ਉਹ ਡਰ ਕ੍ਰੀਏਟ ਕੀਤਾ ਹੈ। ਔਰ
ਕ੍ਰਿਮੀਨਲਸ ਦੇ ਵਿੱਚ ਕੌਨਫੀਡੈਂਸ ਇੰਸਪਾਇਰ ਕੀਤਾ ਪਬਲਿਕ ਲਾਈਫ ਦੇ ਇੰਸਪਾਇਰ ਕਰਨ ਦੀ ਜਗ੍ਹਾ। ਸੋ ਇਸ ਕਰਕੇ ਕਿਤੇ ਨਾ ਕਿਤੇ ਇਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਮੈਂ ਉਸੇ ਦੀ ਕੋਸ਼ਿਸ਼ ਕਰ ਰਿਹਾ। ਅੱਜ ਇੱਕ ਰੱਬ ਵੱਲੋਂ ਮੇਜਰ ਵਿਕਟਰੀ ਸਾਨੂੰ ਹਾਸਿਲ ਹੋਈ ਹੈ। ਸੋ ਮੈਂ ਉਮੀਦ ਕਰਦਾ ਕਿ ਅੱਗੇ ਵੀ ਇਹਨੂੰ ਹੋਰ ਘੇਰਦੇ ਰਵਾਂਗੇ, ਇਹ ਨਿਕਲ ਨਹੀਂ ਸਕੂਗਾ। ਸੁਮੇਧ ਸੈਣੀ ਕੋਲ ਹੁਣ ਕਿਹੜੇ ਰਸਤੇ ਬਚਦੇ? ਕੋਈ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਊ ਜਾਂ ਹੋਰ ਕੀ ਉਹਦੇ ਕੋਲ ਅੱਗੇ ਕਾਨੂੰਨੀ ਦਾਅ ਪੇਚ ਖੇਡ ਸਕਦਾ? ਦੇਖੋ ਸੁਪਰੀਮ ਕੋਰਟ ਤੱਕ ਜਾਊਗਾ, ਜਾਣਾ ਵੀ ਬਣਦਾ, ਉਹਦਾ ਲੀਗਲ ਰਾਈਟ ਹੈ। ਹੁਣ ਡਿਪੈਂਡ ਇਹ ਕਰਦਾ ਉਹਦੇ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਸਰਕਾਰ ਉਹਨੂੰ ਅਰੈਸਟ ਮਤਲਬ ਪੰਜਾਬ ਪੁਲਿਸ ਉਹਨੂੰ ਅਰੈਸਟ ਕਰ ਲੈਂਦੀ ਹੈ ਜਾਂ ਜਿਵੇਂ ਹੁਣ ਹਫਤਾ ਨਿਕਲ ਗਿਆ ਉਸ ਤੋਂ ਪਹਿਲਾਂ 2 ਦਿਨ ਹੋਰ ਨਿਕਲ ਗਏ, ਉਵੇਂ ਹੀ 2 ਦਿਨ ਹੋਰ ਉਵੇਂ ਹੀ 8-9 ਦਿਨ ਵਾਂਗੂ ਹੋਰ ਉਹਨੇ ਦੇ ਨਿਕਲ ਜਾਂਦੇ ਜਦੋਂ ਤੱਕ ਉਹ ਪਟੀਸ਼ਨ ਨਹੀਂ ਲਿਸਟ ਹੁੰਦੀ। ਬੜੇ ਵੱਡੇ ਅਫਸਰਾਂ ਨਾਲ ਸੁਮੇਧ ਸੈਣੀ ਨੇ ਜਿਹੜਾ ਕੰਮ ਕੀਤਾ, ਉਹਦੇ ਬੜੇ ਵੱਡੇ ਜਿਹੜੇ ਥੱਲੇ ਕੰਮ ਕਰਨ ਵਾਲੇ ਸੀਗੇ, ਕਿੰਨੀ ਕੁ ਮੁਸ਼ਕਿਲ ਆਈ ਤੁਹਾਨੂੰ ਕੇਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੇ ਵਿੱਚ? ਜਦੋਂ ਆਪਾਂ ਕੋਈ ਏਮ ਲੈ ਕੇ ਚੱਲਦੇ ਹਾਂ ਆਪਾਂ ਮੁਸ਼ਕਿਲਾਂ ਨਹੀਂ ਦੇਖਦੇ, ਔਰ ਜੇ ਮੁਸ਼ਕਿਲਾਂ 'ਤੇ ਫੋਕਸ ਕਰਨ ਲੱਗ ਜਾਓ ਫਿਰ ਹਿੰਮਤ ਨਹੀਂ ਇਕੱਠੀ ਹੁੰਦੀ। ਸੋ ਮਛਲੀ ਦੀ ਅੱਖ ਜਿਵੇਂ ਅਰਜੁਨ ਨੇ ਦੇਖੀ ਸੀ ਤੀਰ ਮਾਰਨ ਲੱਗਿਆ ਕਿ ਸਿਰਫ ਨਿਸ਼ਾਨਾ ਦਿਸ ਰਿਹਾ, ਉਹ ਨਿਸ਼ਾਨਾ ਦਿਸ ਰਿਹਾ ਮੈਨੂੰ। ਜੇ ਰੱਬ ਨੇ ਸੈਣੀ ਬਚਾਉਣਾ ਹੁੰਦਾ ਤੇ ਮੈਂ ਇਸ ਕੇਸ 'ਚ ਵਕੀਲ ਨਾ ਹੁੰਦਾ। ਮੁਲਤਾਨੀ ਫੈਮਿਲੀ 29 ਸਾਲ ਇਹ ਤਸ਼ੱਦਦ ਬੇਅਰ ਨਾ ਕਰਦੀ ਔਰ ਮੇਰੇ ਕੋਲ ਨਾ ਆਉਂਦੀ। ਉਹ ਆਏ ਹੈ, ਆਹ ਦਿਨ ਆਏ ਹੈ, ਸੈਣੀ ਭੱਜਿਆ ਹੈ। ਜਿੰਨੀਆਂ ਮਰਜ਼ੀ ਮੁਸ਼ਕਿਲਾਂ ਹੋਣ ਕੇਸ ਅੰਜਾਮ ਤੱਕ ਵੀ ਜਾਊਗਾ ਔਰ ਸੈਣੀ ਉਹਨਾਂ ਦੇ ਪਾਪਾਂ ਦੀ ਸਜ਼ਾ ਵੀ ਮਿਲੂਗੀ। ਅਦਾਲਤ 'ਚ ਉਹ ਸੈਣੀ ਦਾ ਕਿਹੜਾ ਚਿਹਰਾ ਸਾਹਮਣੇ ਆਇਆ ਜਿਹੜਾ ਆਮ ਲੋਕਾਂ ਦੇ ਵਿੱਚ ਨਹੀਂ ਹੈ ਉਸਦਾ? ਕਿਉਂਕਿ ਬਹੁਤ ਲੋਕਾਂ ਨੂੰ ਸੈਣੀ ਬਾਰੇ ਸਿਰਫ ਸਾਬਕਾ ਡੀਜੀਪੀ ਹੀ ਪਤਾ ਵੀ ਸਾਬਕਾ ਡੀਜੀਪੀ ਹੈ, ਪਰ ਅਦਾਲਤ ਦੇ ਵਿੱਚ ਮੁਲਤਾਨੀ ਅਗਵਾ ਜਿਹੜਾ ਉਸ ਤੋਂ ਬਾਅਦ ਤਸ਼ੱਦਦ ਹੋਇਆ, ਸਾਰੀ ਕਹਾਣੀ ਉਕਰੀ ਗਈ। ਉਹ ਕਹਾਣੀ ਕੀ ਸੀ? ਉਹ ਕਹਾਣੀ ਇਹ ਸੀ ਕਿ 11 ਦਸੰਬਰ 1991 ਨੂੰ ਮੁਲਤਾਨੀ ਨੂੰ ਉਹਦੇ ਘਰੋਂ ਚੁੱਕਿਆ ਗਿਆ। ਉਸ ਵੇਲੇ ਤੱਕ ਉਹ ਕਿਸੇ ਵੀ ਕੇਸ ਦੇ ਵਿੱਚ ਅਕਿਊਜ਼ਡ ਨਹੀਂ ਸੀ। ਇਹ ਬੜੀ ਇੰਟਰਸਟਿੰਗ ਗੱਲ ਹੈ ਇੱਥੇ। ਉਹਨੂੰ ਟੌਰਚਰ ਕੀਤਾ ਗਿਆ ਕਸਟਡੀ ਦੇ ਵਿੱਚ ਔਰ 13 ਦਸੰਬਰ ਨੂੰ ਉਹਦੇ ਉੱਤੇ FIR ਰਜਿਸਟਰ ਕੀਤੀ ਗਈ ਜਿਹਦੇ ਵਿੱਚ ਉਹਦੇ ਤੇ ਵੈਪਨਸ ਪਲਾਂਟ ਕੀਤੇ ਗਏ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਲੀਗਲ ਵੈਪਨ ਸੁਮੇਧ ਸਿੰਘ ਸੈਣੀ ਕੋਲ ਕਿੱਥੋਂ ਆਏ, ਪਰ ਚਲੋ ਉਹਦੇ ਤੇ ਪਲਾਂਟ ਕੀਤੇ ਗਏ, ਉਹਦੇ ਤੇ ਪਰਚਾ ਦਿੱਤਾ ਗਿਆ। ਉਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਨੇ ਉਹਨੂੰ ਟੌਰਚਰ ਵੀ ਕਰਵਾਇਆ, ਮਤਲਬ ਡੰਡੇ ਤੇ ਠੁੱਡਾਂ ਮਰਵਾਈਆਂ, ਉਹ ਕੋਲੈਪਸ ਕਰ ਗਿਆ, ਪੇਨ ਨਾਲ ਬਲੀਡ ਕਰਦਾ ਰਿਹਾ ਐਂਡ ਫਾਈਨਲੀ ਉਹਦੀ ਡੈਥ ਹੋ ਗਈ। ਟੌਰਚਰ ਫਿਰ ਵੀ ਮਤਲਬ ਮਰਨ ਤੋਂ ਪਹਿਲਾਂ ਉਹਨੂੰ ਕਰਦੇ ਰਹੇ, ਉਹਦੇ ਕੋਲੈਪਸ ਕਰਨ ਤੋਂ ਬਾਅਦ ਵੀ, ਇੱਥੇ ਤੱਕ ਕਿ ਉਹਦੀ ਅੱਖ ਵੀ ਬਾਹਰ ਆ ਗਈ ਸੀ ਜੋ ਆਈ ਵਿਟਨੈਸਿਸ ਨੇ ਦੱਸਿਆ। ਫਿਰ ਉਹ 'ਤੇ ਹੋਰ ਝੂਠੇ ਪਰਚੇ ਦੇ ਕੇ ਉਹਨੂੰ ਟੈਰਰਿਸਟ ਕਰਾਰ ਦੇ ਕੇ ਉਹਦੀ ਬੋਡੀ ਡਿਸਪੋਜ਼ ਆਫ ਕਰਵਾਈ ਹੈ। ਸੋ ਇਹੋ ਜਿਹਾ ਘਟੀਆ ਹੈਵਾਨੀਅਤ ਵਾਲਾ ਟੌਰਚਰ ਸੁਮੇਧ ਸਿੰਘ ਸੈਣੀ ਵੱਲੋਂ ਇਸ ਕੇਸ 'ਚ ਕੀਤਾ ਗਿਆ ਹੈ ਔਰ ਇੱਕ ਇਨੋਸੈਂਟ ਕਲੀਨ ਰਿਕਾਰਡ ਵਾਲੇ ਬੰਦੇ ਨੂੰ ਟੈਰਰਿਸਟ ਝੂਠੇ ਪਰਚੇ ਦੇ ਕੇ ਕਰਾਰ ਕਰਵਾਇਆ, ਫਿਰ ਉਹਨੂੰ ਕਾਦੀਆਂ ਤੋਂ ਭਗੌੜਾ ਡਿਕਲੇਅਰ ਕਰਵਾਇਆ ਕਿ ਕਸਟਡੀ 'ਚੋਂ ਭੱਜ ਗਿਆ। ਇਹ ਚਿਹਰਾ ਸੁਮੇਧ ਸੈਣੀ ਦਾ ਬੇਨਕਾਬ ਹੋਇਆ ਜੋ ਇਹਦੀ ਅਸਲੀਅਤ ਹੈ ਕਿ ਅੱਤਵਾਦ ਨਾਲ ਕਦੇ ਨਹੀਂ ਲੜਿਆ। ਇਹਨੇ ਸਿਰਫ ਇਨੋਸੈਂਟ ਲੋਕਾਂ ਨੂੰ ਐਲੀਮੀਨੇਟ ਕੀਤਾ ਹੈ ਔਰ ਉਹੋ ਜਿਹੇ ਪੁਲਿਸ ਅਫਸਰ ਪੈਦਾ ਕੀਤੇ ਜਾਂ ਟੀਮ ਕ੍ਰੀਏਟ ਕੀਤੀ ਜਿਹੜੇ ਇਹਦੇ ਇੱਕ ਇਸ਼ਾਰੇ 'ਤੇ ਇਨੋਸੈਂਟ ਬੰਦੇ ਦੀ ਜਾਨ ਲੈ ਲੈਂਦੇ ਆ। ਉਹ ਸੁਮੇਧ ਸਿੰਘ ਸੈਣੀ ਬੇਨਕਾਬ ਹੋਇਆ ਹੈ। ਕੀ ਸਿਰਫ ਇਹ ਸਭ ਕੁਝ ਫੀਤੀਆਂ ਲੈਣ ਲਈ, ਤਗਮੇ ਲੈਣ ਲਈ ਹੋ ਰਿਹਾ ਸੀਗਾ? ਦੇਖੋ ਮੈਡਲ ਤਾਂ ਸੁਮੇਧ ਸਿੰਘ ਸੈਣੀ ਨੂੰ ਕਾਹਦੇ ਮਿਲੇ? ਮੈਡਲ ਤਾਂ ਉਹਨੂੰ ਵੈਸੇ ਹੀ ਕੋਈ ਨਹੀਂ ਮਿਲਿਆ। ਜੇ ਆਪਾਂ ਦੇਖੀਏ ਉਹਨੂੰ ਤਾਂ ਡਿਸਟਿੰਗੁਇਸ਼ਡ ਜਾਂ ਮੈਰੀਟੋਰੀਅਸ ਸਰਵਿਸ ਮੈਡਲ ਵੀ ਨਹੀਂ ਮਿਲਿਆ, ਪਰ ਸੁਮੇਧ ਸਿੰਘ ਸੈਣੀ, ਹੁਣ ਮੈਨੂੰ ਦੱਸੋ, ਠੁੱਡ ਮਰਵਾਉਣਾ, ਉਹਦੀ ਅੱਖ ਬਾਹਰ ਆ ਜੇ, ਇਹੋ ਜਿਹਾ ਹੈਵਾਨੀਅਤ ਵਾਲਾ ਟੌਰਚਰ, ਤੁਸੀਂ ਕੀ ਕਹੋਗੇ ਕਿਸ ਲਈ ਹੈ? ਇਹ ਫੀਤੀ ਤਾਂ ਇਹਦੀ ਮਿਲਣੀ ਨਹੀਂ ਨਾ। ਇਹ ਤਾਂ ਟੌਰਚਰ ਇੱਕ ਜਿਹੜੇ ਇਨਸਾਨ ਨੂੰ ਕਿਸੇ ਨੂੰ ਤੜਪਦਾ ਦੇਖ ਕੇ ਇੰਜੋਇਮੈਂਟ ਮਿਲ ਰਹੀ ਹੋਵੇ, ਇੱਕ ਹੈਵਾਨ ਜਿਹੜਾ ਹੋਊਗਾ ਇਨਸਾਨ, ਇਹ ਤਾਂ ਉਹੋ ਜਿਹਾ ਹੈ ਔਰ ਉਹੋ ਜਿਹਾ ਹੀ ਟੌਰਚਰ ਇਹਦੇ 'ਚ ਬਾਹਰ ਆਇਆ ਹੈ, ਉਹੋ ਜਿਹੀਆਂ ਹਰਕਤਾਂ ਬਾਹਰ ਆਈਆਂ। ਮੈਂ ਕੀ ਕਹਾਂ, ਮਤਲਬ ਇਹ ਫੀਤੀਆਂ ਵਾਲੀ ਚੀਜ਼ ਨਹੀਂ ਸੀ। ਇਹ ਤਾਂ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰਨਾ, ਬੰਦੇ ਮਾਰਨਾ ਔਰ ਹੈਵਾਨੀਅਤ ਦੇ ਰਾਹ 'ਤੇ ਚੱਲਣਾ, ਉਹ ਸੁਮੇਧ ਸਿੰਘ ਸੈਣੀ ਦਾ ਚਿਹਰਾ ਹੈ ਅਸਲੀ। ਔਰ ਉਹੀ ਬੇਨਕਾਬ ਇੱਥੇ ਹੋਇਆ ਜੋ ਕਿ ਲੁਧਿਆਣਾ ਜਿਹੜਾ ਇਹਦੇ 'ਤੇ ਕੇਸ ਚੱਲ ਰਿਹਾ CBI ਵੱਲੋਂ, ਉਹਦੇ ਵਿੱਚ ਵੀ ਬੇਨਕਾਬ ਹੋਇਆ ਹੈ। ਪਰ ਉਹ ਲੋਕਾਂ ਨੂੰ ਉਹ ਡਿਟੇਲ ਨਹੀਂ ਪਤਾ ਕਿਉਂਕਿ ਟਰਾਇਲ ਦਿੱਲੀ ਟ੍ਰਾਂਸਫਰ ਹੋ ਗਈ ਸੀ ਉੱਥੋਂ। ਉਹ ਵੀ ਉਹਦੇ 'ਚ ਵੀ ਟਰਾਇਲ ਚੱਲ ਰਹੀ ਹੈ। ਦੂਜਾ ਕੇਸ ਹੈ ਜਿਹਦੇ 'ਚ ਬੇਨਕਾਬ ਹੋਇਆ। ਉਹ ਕੇਸ ਕੀ ਹੈ? ਡਿਟੇਲ ਤੁਸੀਂ ਦੱਸ ਸਕਦੇ ਹੋ ਕੀ ਉਹ ਕੇਸ ਚੱਲ ਰਿਹਾ? ਉਹਦੇ 'ਚ ਇਹਨੇ ਆਪਣੇ ਰਿਸ਼ਤੇਦਾਰਾਂ ਦੇ ਫਾਈਨੈਂਸਰਸ ਨੂੰ ਟੌਰਚਰ ਕਰਕੇ ਐਲੀਮੀਨੇਟ ਕਰਤਾ ਸੀ। ਸੋ ਫਿਰ ਜਦੋਂ ਕੇਸ CBI ਕੋਲ ਗਿਆ, ਉਹ ਜਿਹੜੇ ਜੱਜ ਸਾਹਿਬ ਨੇ ਕੇਸ ਟ੍ਰਾਂਸਫਰ ਕੀਤਾ ਸੀ, ਇਹਨੇ SSP ਜਾਂ DIG ਹੁੰਦਿਆਂ ਉਹ ਜੱਜ ਸਾਹਿਬ ਨੂੰ ਵੀ ਧਮਕਾਇਆ, ਨਿਹੰਗ ਅਜੀਤ ਸਿੰਘ ਪੂਲਾ ਭੇਜ ਕੇ ਵੀ ਉਹਨਾਂ ਨੂੰ ਥ੍ਰੈਟਨ ਕਰਵਾਇਆ। ਉਸ ਤੋਂ ਇਲਾਵਾ ਉਹਨਾਂ ਨੂੰ ਫੋਨ 'ਤੇ ਵੀ ਧਮਕੀਆਂ ਮਿਲੀਆਂ, ਕੋਰਟ ਫੰਕਸ਼ਨਿੰਗ ਵੀ ਰੁਕਵਾਈ ਗਈ। ਇਹ ਸਾਰਾ ਕੁਝ ਆਰਡਰ ਦੇ ਵਿੱਚ ਉਹਨਾਂ ਨੇ ਰਿਕਾਰਡ ਕੀਤਾ ਹੈ। ਉਸ ਤੋਂ ਬਾਅਦ ਸੁਮੇਧ ਸੈਣੀ ਨੂੰ ਮਤਲਬ ਉਸ ਤੋਂ ਬਾਅਦ ਉਹ ਕੇਸ ਸੁਪਰੀਮ ਕੋਰਟ ਨੇ ਅੰਬਾਲਾ ਤੋਂ ਦਿੱਲੀ ਟ੍ਰਾਂਸਫਰ ਕੀਤਾ
ਸੋ ਉਹ ਟਰਾਇਲ ਦੇ ਵਿੱਚ ਉਹ ਕੇਸ ਦੇ ਵਿੱਚ ਹੁਣ ਪ੍ਰੋਸੀਕਿਊਸ਼ਨ ਐਵੀਡੈਂਸ ਸ਼ਾਇਦ ਚੱਲ ਰਹੀ ਹੈ, ਪਰ ਸੁਮੇਧ ਸਿੰਘ ਸੈਣੀ ਇੱਥੇ ਤਰੱਕੀਆਂ ਵੀ ਲੈ ਗਿਆ, ਚਾਰਜ ਫਰੇਮ ਹੋਣ ਤੋਂ ਬਾਅਦ ਉਸ ਟਰਾਇਲ ਨੂੰ ਡਿਲੇ ਵੀ ਕਰ ਗਿਆ। ਔਰ ਤੁਸੀਂ ਵੇਖੋ 94 ਦਾ ਇਨਸੀਡੈਂਟ ਹੈ, ਅੱਜ 2020 ਆ ਗਿਆ, ਅਜੇ ਤੱਕ ਕੋਈ ਟਰਾਇਲ ਕਨਕਲੂਡ ਹੋਣ ਦੇ ਨੇੜੇ ਵੀ ਨਹੀਂ ਹੈ। 29 ਸਾਲ ਹੋ ਗਏ ਕੇਸ ਨੂੰ, ਹੁਣ ਤੁਸੀਂ ਲੜ ਰਹੇ ਹੋ ਕਿਉਂਕਿ ਤੁਸੀਂ ਕਰੇ ਜੱਜ ਨੂੰ ਵੀ ਧਮਕੀਆਂ ਦੇ ਦਿੰਦਾ, ਕੀ ਤੁਹਾਨੂੰ ਵੀ ਕਿਤੇ ਕੋਈ ਧਮਕੀਆਂ ਮਿਲੀਆਂ? ਨਹੀਂ, ਮੈਨੂੰ ਧਮਕੀ ਨਾ ਇਹਨੇ ਦਿੱਤੀ ਹੈ, ਔਰ ਦੇਣਾ ਚਾਹਵੇ ਤਾਂ ਹੀ ਇਜ਼ ਮੋਸਟ ਵੈਲਕਮ ਟੂ ਟਰਾਈ। ਮੈਂ ਡਰਦਾ ਨਹੀਂ, ਉਹ ਚੀਜ਼ ਕੋਈ ਫਰਕ ਨਹੀਂ ਪੈਂਦਾ। ਇਸ ਕੇਸ 'ਚ 2 ਵਾਦਾ ਮਾਫ ਜਿਹੜੇ ਗਵਾਹ ਬਣੇ ਸੀ, ਕੁਲਦੀਪ ਸਿੰਘ ਤੇ ਜਾਗੀਰ ਸਿੰਘ, ਕਿਸੇ ਕਿਸਮ ਦਾ ਪ੍ਰੈਸ਼ਰ ਸੀ ਜਾਂ ਆਪਣਾ ਉਹਨਾਂ ਦਾ ਜ਼ਮੀਰ ਜਾਗ ਗਿਆ ਸੀਗਾ? ਜਦੋਂ ਕੋਰਟ ਦੇ ਵਿੱਚ ਸਟੇਟਮੈਂਟ ਰਿਕਾਰਡ ਹੁੰਦੀ ਹੈ, ਉਦੋਂ ਕੋਰਟ ਵੱਲੋਂ ਆਹੀ ਚੀਜ਼ ਕਲੈਰੀਫਾਈ ਕੀਤੀ ਜਾਂਦੀ ਹੈ ਕਿ ਤੁਸੀਂ ਮਰਜ਼ੀ ਨਾਲ ਸਟੇਟਮੈਂਟ ਦੇ ਰਹੇ ਹੋ ਕਿ ਤੁਹਾਨੂੰ ਕੰਪੈਲ ਕੀਤਾ ਜਾ ਰਿਹਾ ਹੈ ਆ ਸਟੇਟਮੈਂਟ ਦੇਣ ਦੇ ਲਈ। ਸੋ ਉਸ ਕੇਸ ਦੇ ਵਿੱਚ ਉਹਨਾਂ ਨੇ ਤਾਂ ਸ਼ੁਰੂ 'ਚ ਹੀ ਕਹਿਤਾ ਸੀ ਕਿ ਜੀ ਅਸੀਂ ਕਿਸੇ ਨੂੰ ਪ੍ਰੈਸ਼ਰ ਦੇ ਵਿੱਚ ਨਹੀਂ, ਅਸੀਂ ਤਾਂ ਆਪਣੀ ਫ੍ਰੀ ਵਿਲ ਦੇ ਨਾਲ, ਮਰਜ਼ੀ ਦੇ ਨਾਲ ਬਿਆਨ ਦੇ ਰਹੇ ਹਾਂ। ਮੇਰਾ ਲਾਸਟ ਸਵਾਲ ਤੁਹਾਡੇ ਤੋਂ ਇਹ ਹੋਊਗਾ ਕਿ ਬਹੁਤ ਸਾਰੇ ਪਰਿਵਾਰਾਂ ਨੂੰ ਉਮੀਦ ਹੈ ਕਿ ਹੁਣ ਤੁਸੀਂ ਸਾਰੇ ਪਰਿਵਾਰਾਂ ਦਾ ਸਵਾਗਤ ਕਰ ਰਹੇ ਹੋ ਆਪਣੇ ਕੋਲ, ਚਾਹੇ ਬੁਲਾਰਾ ਫੈਮਿਲੀ ਹੋਵੇ ਜਾਂ ਹੋਰ ਵੀ ਪਰਿਵਾਰ ਹੈਗੇ ਆ, ਕਿ ਸਭ ਦਾ ਵੈਲਕਮ ਕਰਦੇ ਹੋ ਤੁਸੀਂ? ਇਹ ਬਿਲਕੁਲ ਕਰ ਰਹੇ ਹਾਂ ਜੀ, ਜੋ ਆ ਰਹੇ ਹੈ ਉਹਨਾਂ ਦੀ ਗੱਲ ਵੀ ਸੁਣ ਰਹੇ ਹਾਂ ਔਰ ਬਕਾਇਦਾ ਉਹਨਾਂ ਨੂੰ ਜੋ ਵੀ ਉਹਨਾਂ ਦਾ ਕੇਸ ਹੈ ਉਹਦੇ ਅਕੋਰਡਿੰਗਲੀ ਪ੍ਰੋਸੀਡ ਕਰ ਰਹੇ ਹਾਂ। ਉਹ ਤਾਂ ਹੁਣ ਕੇਸ ਟੂ ਕੇਸ ਵੇਰੀ ਕਰ ਰਹੀ ਹੈ ਚੀਜ਼, ਉਹਦੇ 'ਚ ਮੈਂ ਕੁਝ ਸਪੈਸੀਫਿਕ ਨਹੀਂ ਕਹਿ ਸਕਦਾ ਕਿ ਕੌਣ ਆਇਆ ਹੈ, ਕਿਹਦੇ ਕੀ ਡਾਕੂਮੈਂਟਸ ਹੈ, ਕੀ ਚੀਜ਼ਾਂ ਨੇ, ਉਹ ਤਾਂ ਹੁਣ ਡਿਪੈਂਡ ਕਰਦਾ। ਇਹ ਸਨ ਐਡਵੋਕੇਟ ਪ੍ਰਦੀਪ ਵਿਰਕ, ਜਿਨ੍ਹਾਂ ਨੂੰ ਇੱਕ ਹੀਰੋ ਦੇ ਤੌਰ ਤੇ ਪੰਜਾਬ 'ਚ ਦੇਖਿਆ ਜਾ ਰਿਹਾ, ਤੇ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਦੇ ਵਿੱਚ ਇਹ ਪੈਰਵਾਈ ਕਰ ਰਹੇ ਨੇ, ਤੇ ਹੁਣ ਸੁਮੇਧ ਸਿੰਘ ਜਿਹੜਾ ਸੈਣੀ ਹੈ ਇਸ ਵੇਲੇ ਫਰਾਰ ਦੱਸਿਆ ਜਾ ਰਿਹਾ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਆਸ਼ੂ ਅਨੇਜਾ, ਸਕਾਈ ਨਿਊਜ਼ ਪੰਜਾਬ।